everyone, welcome or welcome back to my channel. This is Parneet. I hope you all are doing good. So this video is the part 2 of forms of verb in which we are going to discuss irregular verbs. Guys, regular verbs ਆਪਾਂ part 1 means ਜਿਹੜੀ previous video ਸੀ ਉਸ ਦੇ ਵਿੱਚ discuss ਕਰ ਚੁੱਕੇ ਹਾਂ and I'm pretty sure ਹੁਣ ਤੁਹਾਨੂੰ ਪਤਾ ਚੱਲ ਚੁੱਕਿਆ ਕਿ forms of verb ਕੀ ਹੁੰਦੀਆਂ ਨੇ ਤੇ ਕਿਸ ਤਰ੍ਹਾਂ ਬਣਦੀਆਂ ਨੇ, ਕਿਸ ਤਰ੍ਹਾਂ ਉਸ ਦੀ first form ਬਣਦੀ ਹੈ, ਕਿਸ ਤਰ੍ਹਾਂ second and ਕਿਸ ਤਰ੍ਹਾਂ third ਬਣਦੀ ਹੈ. Now you came to learn ਕਿੱਥੇ IED ਲੱਗਦਾ ਹੈ, ਕਿੱਥੇ simple ਅਸੀਂ last letter ਨੂੰ double ਕਰ ਦਿੰਦੇ ਆ ਜਾਂ ਫਿਰ ਕਿੱਥੇ D ਲਗਾਉਂਦੇ ਆ ਔਰ ਕਈ forms of verb ਦੇ ਵਿੱਚ ED ਲੱਗ ਕੇ ਬਣਦੀਆਂ ਨੇ. I know ਤੁਹਾਨੂੰ ਇਹ ਸਾਰਾ concept clear ਹੋ ਚੁੱਕਿਆ ਹੈ. Now we are going to discuss irregular verbs. As we have discussed earlier, ਜਿਹੜੀਆਂ regular verbs ਨੇ ਉਹਨਾਂ ਦੇ ਲਈ particular concepts ਹੁੰਦੇ ਨੇ, ਕੁਝ rules ਹੁੰਦੇ ਨੇ ਜਿਹੜੇ ਆਪਾਂ ਸਾਰੇ discuss ਕਰ ਚੁੱਕੇ ਹਾਂ. And if you guys haven't watched that video, forms of verb ਦਾ regular ਵਾਲਾ part ਤੁਸੀਂ ਨਹੀਂ ਦੇਖਿਆ, so it's a humble request. Here is the link. ਜਾਓ ਪਹਿਲਾਂ ਉਹ video ਨੂੰ ਦੇਖੋ. ਅਗਰ ਉਹ video ਦੇਖੋਗੇ ਤਾਂ concept ਤੁਹਾਨੂੰ starting ਤੋਂ clear ਹੋਏਗਾ, ਕੋਈ cram ਕਰਨ ਦੀ ਜ਼ਰੂਰਤ ਨਹੀਂ ਪਏਗੀ and ਉਸ ਤੋਂ ਬਾਅਦ ਤੁਹਾਨੂੰ irregular ਵਾਲੀਆਂ types ਵੀ clear ਹੋ ਜਾਣਗੀਆਂ. ਸੋ ਆਪਾਂ ਇਹ ਵੀ ਡਿਸਕਸ ਕੀਤਾ ਸੀ ਜਿਹੜੀਆਂ ਰੈਗੂਲਰ ਵਰਬਸ ਨੇ ਉਹ ਜ਼ਿਆਦਾ ਪਰਸੈਂਟੇਜ ਦੇ ਵਿੱਚ ਯੂਜ਼ ਹੁੰਦੀਆਂ ਨੇ ਐਸ ਕੰਪੇਅਰ ਟੂ ਦਾ ਇਰਰੈਗੂਲਰ ਵਰਬਸ. ਸੋ ਗਾਇਜ਼, ਇਰਰੈਗੂਲਰ ਵਰਬਸ ਦੇ ਲਈ ਜਿਸ ਤਰ੍ਹਾਂ ਕੋਈ ਕਨਸੈਪਟ ਨਹੀਂ ਹੈ ਤਾਂ ਇੱਕੋ ਇੱਕ ਚੀਜ਼ ਹੈ ਇਰਰੈਗੂਲਰ ਵਰਬਸ ਨੂੰ ਯਾਦ ਕਰਨ ਦੇ ਲਈ, ਦੈਟ ਇਜ਼ ਯੂ ਹੈਵ ਟੂ ਲਰਨ ਥੀਸ ਵਰਬਸ ਬਾਈ ਹਾਰਟ ਬਿਕਾਜ਼ ਇਹ ਵਾਲੀਆਂ ਵਰਬਸ ਡੇ ਟੂ ਡੇ ਬੇਸਿਸ ਦੇ ਵਿੱਚ ਮੀਨਸ ਜਦੋਂ ਆਪਾਂ ਸਪੋਕਨ ਇੰਗਲਿਸ਼ ਦੀ ਗੱਲ ਕਰੀਏ ਜਾਂ ਫਿਰ ਡੇਲੀ ਕਨਵਰਸੇਸ਼ਨ ਦੀ ਗੱਲ ਕਰੀਏ ਉਸ ਦੇ ਵਿੱਚ ਯੂਜ਼ ਦੇ ਵਿੱਚ ਤਾਂ ਆਉਂਦੀਆਂ ਨੇ ਬਟ ਇੰਨੀਆਂ ਨਹੀਂ ਆਉਂਦੀਆਂ ਜਿੰਨੀਆਂ ਰੈਗੂਲਰ ਵਰਬਸ ਹੁੰਦੀਆਂ ਨੇ. ਸੋ ਇਹਨਾਂ ਦਾ ਇੱਕੋ ਇੱਕ ਫੰਡ ਹੈ ਕਿ ਸਾਨੂੰ ਇਹਨਾਂ ਨੂੰ ਯਾਦ ਕਰਨਾ ਪੈਂਦਾ ਹੈ. ਨਾਓ ਗਾਇਜ਼, irregular verbs ਨੂੰ ਅਗਰ ਆਪਾਂ ਡਿਸਕਸ ਕਰੀਏ there are two types of irregular verbs. Number 1 is ਉਹ ਵਾਲੀਆਂ irregular verbs ਜਿਨ੍ਹਾਂ ਦੇ ਵਿੱਚ ਤਿੰਨੋਂ forms different ਹੁੰਦੀਆਂ ਨੇ means V1 ਤੇ ਕੁਝ ਹੋਰ ਆਏਗਾ, V2 ਤੇ ਕੁਝ ਹੋਰ ਆਏਗਾ and V3 ਤੇ ਕੁਝ ਹੋਰ ਆਏਗਾ. ਸੈਕਿੰਡ ਟਾਈਪ ਦੀ ਉਹ ਵਾਲੀਆਂ irregular verbs ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਤਿੰਨੋਂ ਹੀ forms same ਹੁੰਦੀਆਂ ਨੇ ਲਾਈਕ V1, V2, V3 same ਹੁੰਦਾ ਹੈ. ਫਰਸਟ ਕਨਸੈਪਟ ਦੇਖੋ ਜਿਨ੍ਹਾਂ ਦੇ ਵਿੱਚ ਡਿਫਰੈਂਟ ਹੁੰਦਾ ਹੈ ਲਾਈਕ ਸਪੀਕ, ਸਪੋਕ, ਸਪੋਕਨ. V1 different है, V2 different है and V3 different है. Second is see, saw, seen, है ना, तीनों चीज़ां different. Next concept जिदे विच similar ਹੁੰਦੀਆਂ ਨੇ like let, cost, cost, है ना. तो इस तरह ਦੀਆਂ forms of verb ਹੁੰਦੀਆਂ ਨੇ. ਮੈਂ ਇਹਨਾਂ ਦੀ ਲਿਸਟ ਪ੍ਰੋਵਾਈਡ ਕਰ ਰਹੀ ਹਾਂ at the end. ਤੁਸੀਂ ਉਸ ਨੂੰ ਲਰਨ ਕਰੋ. 50 forms of verb, important forms of irregular verbs ਜਿਹੜੀਆਂ ਯੂਜ਼ ਹੁੰਦੀਆਂ ਨੇ ਉਹਨਾਂ ਨੂੰ ਲਰਨ ਕਰੋ. ਹੁਣ ਦੇਖੋ ਰੈਗੂਲਰ ਵਰਬਸ ਤੁਹਾਨੂੰ ਆਲਰੇਡੀ ਕਲੀਅਰ ਹੋ ਚੁੱਕੇ ਨੇ, ਉਹਦਾ ਕਨਸੈਪਟ ਵੀ ਕਲੀਅਰ ਹੋ ਗਿਆ ਤੇ ਤੁਹਾਨੂੰ ਬਣਾਉਣੀਆਂ ਵੀ ਆ ਗਈਆਂ. ਨਾਓ ਅਗਰ ਤੁਸੀਂ ਇਹਨਾਂ ਨੂੰ ਵੀ ਬਾਈ ਹਾਰਟ ਵਿਦਆਊਟ ਕ੍ਰੈਮਿੰਗ ਲਰਨ ਕਰ ਲਓ then it will be like a cherry on the cake for you guys. ਤੁਸੀਂ ਕੋਈ ਵੀ ਸੈਂਟੈਂਸ ਬਣਾ ਸਕਦੇ ਹੋ, ਕੋਈ ਵੀ ਚੀਜ਼ ਸਮਝ ਸਕਦੇ ਹੋ. ਸੋ I am also providing the ਪੰਜਾਬੀ meaning of the same so that ਤੁਹਾਨੂੰ full clarity ਹੋ ਜਾਵੇ, ਠੀਕ ਹੈ. ਬਟ ਇਹਨਾਂ ਦੇ ਨਾਲ ਨਾਲ ਤੁਹਾਨੂੰ ਇੱਕ ਚੀਜ਼ ਦਾ ਹੋਰ ਵੀ ਧਿਆਨ ਰੱਖਣਾ ਪਏਗਾ ਜਿਸ ਤਰ੍ਹਾਂ let, cost, ਤਿੰਨੋਂ forms of verb same ਤਾਂ ਹੈਗੀਆਂ ਨੇ, ਠੀਕ ਹੈ, ਲਿਖਣ ਦੇ ਵਿੱਚ ਸੇਮ ਆਉਂਦੀਆਂ ਨੇ ਬਟ ਕੀ ਹੁੰਦਾ ਕਈ ਵਾਰ ਪ੍ਰੋਨਾਂਸੀਏਸ਼ਨ ਦੇ ਵਿੱਚ ਡਿਫਰੈਂਸ ਆ ਜਾਂਦਾ. ਫॉर ਇੰਸਟੈਂਸ ਰੀਡ ਨੂੰ ਅਗਰ ਆਪਾਂ ਲਈਏ V1, V2 and V3, V1 is read, ਹੈ ਨਾ. ਅਗਰ ਆਪਾਂ ਲਿਖਣ ਦੇ ਵਿੱਚ ਦੇਖੀਏ ਤਾਂ ਸਪੈਲਿੰਗ ਸਾਰਿਆਂ ਦੇ ਸੇਮ ਹੀ ਹੋਣਗੇ V1, V2, V3 but there is a difference in the pronunciation like read, read, ਠੀਕ ਹੈ. ਇਸ ਤਰ੍ਹਾਂ ਦੀਆਂ forms of verb ਹੁੰਦੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ while speaking. Fine. So I hope the concept of forms of verb is clear to you guys. So ਜਿਹੜੀ ਲਿਸਟ ਮੈਂ ਪ੍ਰੋਵਾਈਡ ਕਰ ਰਹੀ ਹਾਂ ਉਸ ਨੂੰ ਪਲੀਜ਼ ਲਰਨ ਕਰੋ ਬਾਈ ਹਾਰਟ. ਨਾਓ what about practice? ਤੁਸੀਂ ਪ੍ਰੈਕਟਿਸ ਕਿਸ ਤਰ੍ਹਾਂ ਕਰਦੇ ਹੋ? ਲਾਈਕਵਾਈਜ਼ ਟੈਂਸਿਸ ਦੇ ਵਿੱਚ ਆਪਾਂ ਕੀ ਕਰਦੇ ਸੀ, 3 ਪਾਰਟਸ ਹੁੰਦੇ ਸੀ ਅਫਰਮੇਟਿਵ, ਨੈਗੇਟਿਵ ਐਂਡ ਇੰਟਰੋਗੇਟਿਵ. ਉਹਨਾਂ ਦੇ ਅਸੀਂ ਸੈਂਟੈਂਸਿਸ ਬਣਾ ਕੇ ਪ੍ਰੈਕਟਿਸ ਕਰਦੇ ਸੀ. ਸੇਮ ਵੇ ਤੁਸੀਂ ਕੀ ਕਰੋ, ਸੈਂਟੈਂਸਿਸ ਬਣਾਓ. V1 ਦਾ ਸੈਂਟੈਂਸ ਬਣਾਓ, V2 ਦਾ ਬਣਾਓ, ਫਿਰ V3 ਦਾ ਬਣਾਓ, ਠੀਕ ਹੈ. ਸੇਮ ਜਿਹੜੀਆਂ ਸੇਮ ਵੀ ਨੇ ਉਹਨਾਂ ਦੇ ਵੀ ਬਣਾਓ. V1 ਦਾ ਬਣਾਇਆ, V2 ਦਾ ਬਣਾਇਆ, V3 ਦਾ ਬਣਾਇਆ. ਇਸ ਤਰ੍ਹਾਂ ਕੀ ਹੋਏਗਾ, ਚੀਜ਼ਾਂ ਨੂੰ ਰੱਟਾ ਲਗਾਉਣ ਦੀ ਜ਼ਰੂਰਤ ਨਹੀਂ ਪਏਗੀ, ਆਪਣੇ ਆਪ ਉਹ ਤੁਹਾਡੇ ਮਾਈਂਡ ਦੇ ਵਿੱਚ ਉਤਰਦੀਆਂ ਜਾਣਗੀਆਂ ਐਂਡ ਜਦੋਂ ਤੁਸੀਂ ਸਪੀਕ ਕਰੋਗੇ ਜਾਂ ਫਿਰ ਰਾਈਟ ਕਰੋਗੇ ਚੀਜ਼ਾਂ ਫਲੋ ਹੋਣਗੀਆਂ. ਫਾਈਨ. So I hope the video is clear to you guys. If you have any doubts, do write me in the comment section. Thank you so much. Bye bye. Take care.